खाधियां ਅਤੇ ਫਿਰ ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਆਪਣਾ ਪਹਿਲਾ ਕਸਟਮਰ ਮਿਲਿਆ। ਲੇਕਿਨ ਇਸ ਤੋਂ ਬਾਅਦ ਕਰਨਲ ਹਾਇਰਲੈਂਡ ਸੈਂਡਰਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਦੇਖਦੇ ਹੀ ਦੇਖਦੇ ਉਹਨਾਂ ਨੇ ਪੂਰੀ ਦੁਨੀਆ ਵਿੱਚ ਆਪਣੇ ਚਿਕਨ ਬਣਾਉਣ ਦੀ ਰੈਸਪੀ ਦੀ ਪਛਾਣ ਬਣਾ ਲਈ। ਹਾਲਾਤ ਸਾਡੇ ਕਿੰਨੇ ਵੀ ਮਾੜੇ ਕਿਉਂ ਨਾ ਹੋਣ, ਪਰ ਸਾਨੂੰ ਆਪਣੇ ਆਪ ਨੂੰ ਕਮਜ਼ੋਰ ਸਾਬਿਤ ਕਰਕੇ ਉਹਨਾਂ ਹਾਲਾਤਾਂ ਤੋਂ ਭੱਜਣਾ ਨਹੀਂ ਚਾਹੀਦਾ, ਸਗੋਂ ਪੂਰਾ ਜ਼ੋਰ ਤੇ ਹਿੰਮਤ ਨਾਲ ਉਹਨਾਂ ਹਾਲਾਤਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਦੋਸਤੋ, ਜਿਸ ਵਿਅਕਤੀ ਦੀ ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ, ਉਹਨਾਂ ਨੇ ਪੂਰੀ ਜ਼ਿੰਦਗੀ ਸੰਘਰਸ਼ ਕੀਤਾ, ਅਸਫਲਤਾ ਤੇ ਪਰੇਸ਼ਾਨੀਆਂ ਨਾਲ ਲੜਦੇ ਰਹੇ, ਲੇਕਿਨ ਫਿਰ ਵੀ ਹਾਰ ਨਾ ਮੰਨਦੇ ਹੋਏ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਿਆ ਅਤੇ ਆਪਣੇ ਅਖੀਰੀ ਦਿਨਾਂ ਵਿੱਚ ਸਫਲਤਾ ਦੀ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਜਿਸ ਨੂੰ ਸੁਣ ਕੇ ਸਾਰੇ ਦੰਦਾਂ ਥੱਲੇ ਉਂਗਲੀਆਂ ਦਬਾ ਲੈਣ। ਹਾਂਜੀ ਦੋਸਤੋ, ਮੈਂ ਗੱਲ ਕਰ ਰਿਹਾ KFC ਮਤਲਬ ਕੈਂਟਕੀ ਫਰਾਈਡ ਚਿਕਨ ਕੰਪਨੀ ਦੇ ਫਾਊਂਡਰ ਕਰਨਲ ਹਾਇਰਲੈਂਡ ਸੈਂਡਰਸ ਦੀ। 5 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੇ ਪਿਤਾ ਨੂੰ ਗਵਾ ਦਿੱਤਾ ਅਤੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਸਿਰਫ 7 ਸਾਲ ਦੀ ਛੋਟੀ ਉਮਰ ਵਿੱਚ ਉਹਨਾਂ ਉੱਪਰ ਆਪਣੇ ਭੈਣ ਭਰਾ ਦੀ ਜ਼ਿੰਮੇਵਾਰੀ ਆ ਗਈ। ਨੌਕਰੀ ਵੱਲ ਮੂੰਹ ਕੀਤਾ ਤਾਂ ਉੱਥੇ ਵੀ ਦਰ-ਦਰ ਠੋਕਰਾਂ ਖਾਣੀਆਂ ਪਈਆਂ। ਵਿਆਹ ਤੋਂ ਬਾਅਦ ਉਹਨਾਂ ਦੀ ਪਤਨੀ ਉਹਨਾਂ ਨੂੰ ਛੱਡ ਕੇ ਚਲੀ ਗਈ। ਬਿਜ਼ਨਸ ਸਟਾਰਟ ਕੀਤਾ, ਉਹ ਵੀ ਬੰਦ ਹੋ ਗਿਆ। 65 ਸਾਲ ਦੀ ਉਮਰ ਤੱਕ ਉਹਨਾਂ ਨੇ ਆਪਣਾ ਢਿੱਡ ਭਰਨ ਤੋਂ ਇਲਾਵਾ ਕੁਝ ਨਹੀਂ ਕੀਤਾ, ਲੇਕਿਨ ਉਸ ਤੋਂ ਬਾਅਦ ਆਪਣੀਆਂ ਸਾਰੀਆਂ ਗਲਤੀਆਂ ਤੋਂ ਸਿੱਖਿਆ ਲੈਂਦੇ ਹੋਏ ਇੱਕ ਇਸ ਤਰ੍ਹਾਂ ਦੀ ਕੰਪਨੀ ਬਣਾ ਦਿੱਤੀ ਜਿਸ ਦੀਆਂ ਬ੍ਰਾਂਚਸ 118 ਤੋਂ ਵੀ ਜ਼ਿਆਦਾ ਦੇਸ਼ਾਂ ਵਿੱਚ ਹਨ ਅਤੇ ਹਰ ਸਾਲ ਕੰਪਨੀ ਖਰਬਾਂ ਰੁਪਏ ਕਮਾਉਂਦੀ ਹੈ। ਦੋਸਤੋ, ਅਗਰ ਤੁਸੀਂ ਆਪਣੇ ਜੀਵਨ ਵਿੱਚ ਮਿਲ ਰਹੀਆਂ ਅਸਫਲਤਾ ਤੋਂ ਪਰੇਸ਼ਾਨ ਹੋ ਚੁੱਕੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖਿਓ। ਤਾਂ ਚੱਲਦੇ ਹਾਂ ਬਿਨਾਂ ਤੁਹਾਡਾ ਟਾਈਮ ਖਰਾਬ ਕੀਤੇ, ਤਾਂ ਅਸੀਂ ਗੱਲ ਕਰ ਰਹੇ ਹਾਂ ਕਰਨਲ ਸੈਂਡਰਸ ਦੇ ਸੰਘਰਸ਼ ਤੋਂ ਲੈ ਕੇ ਸਫਲਤਾ ਤੱਕ ਦੇ ਸਫ਼ਰ ਨੂੰ ਸ਼ੁਰੂ ਤੋਂ ਜਾਣਦੇ ਹਾਂ। ਕਰਨਲ ਹਾਇਰਲੈਂਡ ਸੈਂਡਰਸ ਦਾ ਜਨਮ 9 ਸਤੰਬਰ 1890 ਵਿੱਚ ਇੰਡੀਆਨਾ ਦੇ ਇੱਕ ਸ਼ਹਿਰ ਹੈਨਰੀਵਿਲ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਡੇਵਿਡ ਸੈਂਡਰਸ ਤੇ ਮਾਂ ਦਾ ਨਾਮ ਮਾਰਗਰੇਟ ਸੈਂਡਰਸ ਸੀ। ਹਾਇਰਲੈਂਡ ਸੈਂਡਰਸ ਤੋਂ ਇਲਾਵਾ ਉਹਨਾਂ ਦੇ ਇੱਕ ਛੋਟਾ ਭਰਾ ਤੇ ਇੱਕ ਛੋਟੀ ਭੈਣ ਵੀ ਸੀ, ਜਿਸ ਵਿੱਚ ਭਰਾ ਦਾ ਨਾਮ ਕਲੈਰੈਂਸ ਅਤੇ ਭੈਣ ਦਾ ਨਾਮ ਕੈਥਲੀਨ ਸੀ। ਉਹਨਾਂ ਦਾ ਪਰਿਵਾਰ ਬਹੁਤ ਹੀ ਵਧੀਆ ਚੱਲ ਰਿਹਾ ਸੀ, ਲੇਕਿਨ ਅਚਾਨਕ 1895 ਦੇ ਗਰਮੀ ਦੇ ਦਿਨਾਂ ਵਿੱਚ ਬਹੁਤ ਤੇਜ਼ ਬੁਖਾਰ ਦੀ ਵਜ੍ਹਾ ਨਾਲ ਹਾਇਰਲੈਂਡ ਸੈਂਡਰਸ ਦੇ ਪਿਤਾ ਦੀ ਮੌਤ ਹੋ ਗਈ। ਉਸ ਵੇਲੇ ਸੈਂਡਰਸ ਸਿਰਫ 5 ਸਾਲ ਦੇ ਸੀ। ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਆਰਥਿਕ ਸਥਿਤੀ ਖਰਾਬ ਹੁੰਦੀ ਜਾ ਰਹੀ ਸੀ, ਇਸ ਕਰਕੇ ਸੈਂਡਰਸ ਦੀ ਮਾਂ ਨੂੰ ਬਾਹਰ ਜਾ ਕੇ ਫੈਕਟਰੀ ਵਿੱਚ ਕੰਮ ਕਰਨਾ ਪਿਆ ਅਤੇ ਸੈਂਡਰਸ ਦੇ ਉੱਪਰ ਇੰਨੀ ਛੋਟੀ ਉਮਰ ਵਿੱਚ ਆਪਣੇ ਭੈਣ ਭਰਾ ਦੀ ਜ਼ਿੰਮੇਵਾਰੀ ਆ ਗਈ। ਉਹਨਾਂ ਹੀ ਮੁਸ਼ਕਿਲ ਦਿਨਾਂ ਵਿੱਚ ਸੈਂਡਰਸ ਦੀ ਮਾਂ ਮਾਰਗਰੇਟ ਨੇ ਉਹਨਾਂ ਨੂੰ ਖਾਣਾ ਬਣਾਉਣਾ ਵੀ ਸਿਖਾ ਦਿੱਤਾ ਅਤੇ ਉਹ 7 ਸਾਲ ਦੀ ਉਮਰ ਵਿੱਚ ਖਾਣਾ ਬਣਾਉਣ ਵਿੱਚ ਮਾਹਿਰ ਹੋ ਗਏ। ਖਾਣ ਵਿੱਚ ਉਹਨਾਂ ਨੂੰ ਚਿਕਨ ਬਣਾਉਣਾ ਸ਼ੁਰੂ ਤੋਂ ਹੀ ਪਸੰਦ ਸੀ। 1902 ਵਿੱਚ ਸੈਂਡਰਸ ਦੀ ਮਾਂ ਨੇ ਵਿਲੀਅਮ ਬ੍ਰੈਂਡਨ ਨਾਂ ਦੇ ਬੰਦੇ ਨਾਲ ਦੁਬਾਰਾ ਵਿਆਹ ਕਰਾ ਲਿਆ। ਫਿਰ ਉਹਨਾਂ ਦਾ ਪੂਰਾ ਪਰਿਵਾਰ ਇੰਡੀਆਨਾ ਦੇ ਗ੍ਰੀਨਵੁੱਡ ਇਲਾਕੇ ਵਿੱਚ ਰਹਿਣ ਆ ਗਏ। ਸੈਂਡਰਸ ਦਾ ਸੌਤੇਲਾ ਬਾਪ ਉਸ ਤੋਂ ਬਹੁਤ ਨਫ਼ਰਤ ਕਰਦਾ ਸੀ, ਜਿਸ ਕਰਕੇ ਉਹਨਾਂ ਦੇ ਚੰਗੇ ਸੰਬੰਧ ਨਹੀਂ ਸਨ ਅਤੇ ਇਹਨਾਂ ਕਾਰਨਾਂ ਕਰਕੇ 1903 ਵਿੱਚ ਹਾਇਰਲੈਂਡ ਸੈਂਡਰਸ ਨੇ ਆਪਣਾ ਘਰ ਛੱਡ ਦਿੱਤਾ ਅਤੇ ਫਿਰ ਖੇਤਾਂ ਵਿੱਚ ਆ ਕੇ ਰਹਿਣ ਲੱਗ ਪਏ। ਨਾਲ ਦੀ ਨਾਲ ਉੱਥੇ ਕੰਮ ਵੀ ਕਰਦੇ ਸੀ। ਘਰ ਛੱਡਣ ਦੀ ਵਜ੍ਹਾ ਨਾਲ ਉਹਨਾਂ ਦੀ 7ਵੀਂ ਤੋਂ ਬਾਅਦ ਪੜ੍ਹਾਈ ਵੀ ਛੱਡ ਹੋ ਗਈ। 13 ਸਾਲ ਦੀ ਉਮਰ ਵਿੱਚ ਉਹਨਾਂ ਨੇ ਇੰਡੀਆਨਾ ਪੋਲਿਸ ਸ਼ਹਿਰ ਵਿੱਚ ਆ ਗਏ, ਜਿੱਥੇ ਉਹਨਾਂ ਨੇ ਘੋੜਿਆਂ ਦੀ ਗੱਡੀਆਂ ਤੇ ਪੇਂਟਿੰਗ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨ ਬਾਅਦ ਉਹਨਾਂ ਨੇ ਉਹ ਕੰਮ ਛੱਡ ਦਿੱਤਾ ਅਤੇ ਫਿਰ 1906 ਵਿੱਚ ਇੰਡੀਆਨਾ ਦੇ ਨਿਊ ਅਲਬਾਨੀ ਵਿੱਚ ਆਪਣੇ ਅੰਕਲ ਨਾਲ ਆ ਕੇ ਰਹਿਣ ਲੱਗੇ। ਉਹਨਾਂ ਦੇ ਅੰਕਲ ਇੱਕ ਸਟਰੀਟ ਕਾਰ ਦੀ ਕੰਪਨੀ ਲਈ ਕੰਮ ਕਰਦੇ ਸੀ ਅਤੇ ਉਹਨਾਂ ਦੀ ਮਦਦ ਨਾਲ ਸੈਂਡਰਸ ਨੂੰ ਕੰਡਕਟਰ ਦੀ ਨੌਕਰੀ ਮਿਲ ਗਈ। ਇਸੇ ਦੌਰਾਨ ਰੇਲਵੇ ਵਿੱਚ ਫਾਇਰਮੈਨ ਦੀ ਨੌਕਰੀ ਵੀ ਕੀਤੀ। ਫਾਇਰਮੈਨ ਦੀ ਨੌਕਰੀ ਕਰਦੇ ਸਮੇਂ ਹੀ ਉਹਨਾਂ ਦੀ ਮੁਲਾਕਾਤ ਜੋਜ਼ਫਿਨ ਲੜਕੀ ਨਾਲ ਹੋਈ, ਜਿਸ ਨਾਲ ਉਹਨਾਂ ਨੇ 1909 ਵਿੱਚ ਤਕਰੀਬਨ 19 ਸਾਲ ਦੀ ਉਮਰ ਵਿੱਚ ਵਿਆਹ ਕਰਾ ਲਿਆ। ਉਸ ਤੋਂ ਬਾਅਦ ਜੋਜ਼ਫਿਨ ਤੋਂ ਉਹਨਾਂ ਨੂੰ ਇੱਕ ਮੁੰਡਾ ਤੇ 2 ਕੁੜੀਆਂ ਹੋਈਆਂ। ਹੁਣ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸੈਂਡਰਸ ਦੀ ਜ਼ਿੰਦਗੀ ਹੁਣ ਲਾਈਨ ਤੇ ਆ ਗਈ ਹੈ। ਉਸੇ ਵੇਲੇ ਇੱਕ ਸਹਿਯੋਗੀ ਨਾਲ ਲੜਾਈ ਹੋਣ ਕਰਕੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਦੀ ਘਰਵਾਲੀ ਵੀ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨਾਲ ਛੱਡ ਕੇ ਚਲੀ ਗਈ। ਇਸ ਗੱਲ ਦਾ ਉਹਨਾਂ ਦੇ ਦਿਲ ਤੇ ਬਹੁਤ ਡੂੰਘਾ ਪ੍ਰਭਾਵ ਹੋਇਆ। ਉਹ ਦਿਨੋਂ ਦਿਨ ਟੁੱਟਦੇ ਜਾ ਰਹੇ ਸੀ, ਪਰ ਉਹਨਾਂ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਫਿਰ ਤੋਂ ਨੌਕਰੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਉਹਨਾਂ ਨੇ ਅਲੱਗ-ਅਲੱਗ ਕੰਮ ਸ਼ੁਰੂ ਕਰਕੇ ਆਪਣਾ ਢਿੱਡ ਭਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਇੰਸ਼ੋਰੈਂਸ ਅਤੇ ਕ੍ਰੈਡਿਟ ਕਾਰਡ ਵੇਚਿਆ, ਟਾਇਰ ਦਾ ਬਿਜ਼ਨਸ ਕੀਤਾ ਅਤੇ ਇਸੇ ਤਰ੍ਹਾਂ ਦੇ ਛੋਟੇ-ਛੋਟੇ ਹੋਰ ਵੀ ਕੰਮ ਕੀਤੇ, ਲੇਕਿਨ ਹਰ ਵਾਰ ਅਸਫਲ ਹੁੰਦੇ ਰਹੇ। 1929 ਵਿੱਚ ਸੈਂਡਰਸ ਕੈਂਟਕੀ ਰਾਜ ਦੇ ਛੋਟੇ ਜਿਹੇ ਸ਼ਹਿਰ ਕੌਰਬਿਨ ਵਿੱਚ ਚਲੇ ਗਏ ਅਤੇ ਅਮਰੀਕਾ ਦੇ ਰੂਟ 25 ਤੇ ਇੱਕ ਗੈਸ ਸਟੇਸ਼ਨ ਖੋਲ੍ਹਿਆ। ਰਾਹਗੀਰਾਂ ਦੇ ਕਹਿਣ ਤੇ ਉਹਨਾਂ ਨੇ ਗੈਸ ਸਟੇਸ਼ਨ ਦੇ ਨਾਲ ਛੋਟਾ ਜਿਹਾ ਰੈਸਟੋਰੈਂਟ ਵੀ ਖੋਲ੍ਹ ਲਿਆ।
ਜਿੱਥੇ ਉਹ ਆਪਣੇ ਖਾਸ ਤਰੀਕੇ ਨਾਲ ਫਰਾਈ ਚਿਕਨ ਬਣਾਉਣ ਲੱਗ ਪਏ, ਜਿਸ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾਣ ਲੱਗ ਪਿਆ। ਲੋਕਾਂ ਦੁਆਰਾ ਪਸੰਦ ਕੀਤੇ ਜਾਣ ਦੀ ਵਜ੍ਹਾ ਨਾਲ ਉਹਨਾਂ ਨੇ ਇਸ ਬਿਜ਼ਨਸ ਨੂੰ ਹੋਰ ਵੱਡਾ ਕਰਨ ਦਾ ਸੋਚਿਆ ਅਤੇ ਫਿਰ ਬਿਜ਼ਨਸ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਕਾਰਨੈਲ ਯੂਨੀਵਰਸਿਟੀ ਤੋਂ 8 ਮਹੀਨਿਆਂ ਦਾ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ। ਹਾਇਰਲੈਂਡ ਸੈਂਡਰਸ ਦੁਆਰਾ ਬਣਾਇਆ ਗਿਆ ਫਰਾਈ ਚਿਕਨ ਕੈਂਟਕੀ ਦੇ ਗਵਰਨਰ ਨੂੰ ਇੰਨਾ ਜ਼ਿਆਦਾ ਪਸੰਦ ਆਇਆ ਕਿ ਉਹਨਾਂ ਨੇ ਸੈਂਡਰਸ ਨੂੰ ਕਰਨਲ ਦੀ ਉਪਾਧੀ ਦੇ ਦਿੱਤੀ ਅਤੇ ਉਸੇ ਟਾਈਮ ਹਾਇਰਲੈਂਡ ਸੈਂਡਰਸ ਦੇ ਨਾਮ ਦੇ ਅੱਗੇ ਕਰਨਲ ਜੁੜ ਗਿਆ। 1937 ਵਿੱਚ ਸੈਂਡਰਸ ਨੇ ਕੈਂਟਕੀ ਰੈਸਟੋਰੈਂਟ ਦੀਆਂ ਕੁਝ ਹੋਰ ਬ੍ਰਾਂਚੇਸ ਸ਼ੁਰੂ ਕੀਤੀਆਂ, ਲੇਕਿਨ ਉਹਨਾਂ ਦੀ ਇਹ ਕੋਸ਼ਿਸ਼ ਵੀ ਅਸਫਲ ਰਹੀ ਅਤੇ ਫਿਰ ਅਗਲੇ ਕੁਝ ਸਾਲਾਂ ਵਿੱਚ ਹਾਈਵੇ ਬਣਨ ਦੇ ਕਾਰਨ ਉਹਨਾਂ ਦੇ ਚੰਗਾ ਭਲਾ ਚੱਲਦਾ ਰੈਸਟੋਰੈਂਟ ਵੀ ਬੰਦ ਹੋ ਗਿਆ ਅਤੇ ਕੁਝ ਹੀ ਦਿਨਾਂ ਵਿੱਚ ਬਚਤ ਵਾਲੇ ਪੈਸੇ ਵੀ ਖਤਮ ਹੋ ਗਏ। ਹੁਣ ਉਹਨਾਂ ਦੀ ਉਮਰ ਲਗਭਗ 62 ਸਾਲ ਦੀ ਹੋ ਗਈ ਅਤੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਆਪਣਾ ਢਿੱਡ ਭਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ, ਲੇਕਿਨ ਉਹਨਾਂ ਨੂੰ ਆਪਣੇ ਚਿਕਨ ਦੀ ਰਿਸਰਚ ਤੇ ਪੂਰਾ ਭਰੋਸਾ ਸੀ। ਉਹ ਮਸਾਲੇ ਲੈ ਕੇ ਅਤੇ ਆਪਣਾ ਪ੍ਰੈਸ਼ਰ ਕੁੱਕਰ ਲੈ ਕੇ ਆਪਣੇ ਚਿਕਨ ਬਣਾਉਣ ਦੀ ਯੂਨੀਕ ਮੈਥਡ ਦੀ ਮਾਰਕੀਟਿੰਗ ਕਰਨ ਨਿਕਲ ਪਏ। ਉਸ ਤੋਂ ਬਾਅਦ ਉਹਨਾਂ ਨੇ ਅਲੱਗ-ਅਲੱਗ ਰੈਸਟੋਰੈਂਟ ਨਾਲ ਮਿਲਣਾ ਸ਼ੁਰੂ ਕੀਤਾ, ਲੇਕਿਨ ਸਮੇਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਅਤੇ ਇੱਕ-ਇੱਕ ਕਰਕੇ ਸਾਰੇ ਰੈਸਟੋਰੈਂਟ ਦੇ ਮਾਲਕਾਂ ਨੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ। ਉਹਨਾਂ ਨੇ ਲਗਭਗ 1000 ਰੈਸਟੋਰੈਂਟ ਤੋਂ ਠੋਕਰਾਂ ਖਾਧੀਆਂ ਅਤੇ ਫਿਰ ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਆਪਣਾ ਪਹਿਲਾ ਕਸਟਮਰ ਮਿਲਿਆ। ਲੇਕਿਨ ਇਸ ਤੋਂ ਬਾਅਦ ਕਰਨਲ ਹਾਇਰਲੈਂਡ ਸੈਂਡਰਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਦੇਖਦੇ ਹੀ ਦੇਖਦੇ ਉਹਨਾਂ ਨੇ ਪੂਰੀ ਦੁਨੀਆ ਵਿੱਚ ਆਪਣੇ ਚਿਕਨ ਬਣਾਉਣ ਦੀ ਰੈਸਪੀ ਦੀ ਪਛਾਣ ਬਣਾ ਲਈ। ਅੱਜ ਕਰਨਲ ਸੈਂਡਰਸ ਦੇ ਰੈਸਟੋਰੈਂਟ KFC 118 ਤੋਂ ਵੀ ਵਧੇਰੇ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਪੂਰੀ ਦੁਨੀਆ ਵਿੱਚ 18,875 ਤੋਂ ਵੀ ਜ਼ਿਆਦਾ KFC ਦੇ ਆਊਟਲੈਟ ਹਨ। ਪਹਿਲੀ KFC ਫਰੈਂਚਾਈਜ਼ੀ ਸੰਯੁਕਤ ਰਾਜ ਅਮਰੀਕਾ ਵਿੱਚ 1952 ਵਿੱਚ ਖੋਲ੍ਹਿਆ ਗਿਆ ਸੀ। ਆਖਿਰਕਾਰ ਬੇਅੰਤ ਸਫਲਤਾ ਪਾਉਣ ਤੋਂ ਬਾਅਦ 16 ਦਸੰਬਰ 1980 ਵਿੱਚ ਅਮਰੀਕਾ ਦੇ ਕੈਂਟਕੀ ਵਿੱਚ 90 ਸਾਲ ਦੀ ਉਮਰ ਵਿੱਚ ਕਰਨਲ ਸੈਂਡਰਸ ਦੀ ਮੌਤ ਹੋ ਗਈ। ਸੋਚੋ, ਜਦੋਂ 60 ਸਾਲ ਦੀ ਉਮਰ ਵਿੱਚ ਜਦੋਂ ਲੋਕ ਰਿਟਾਇਰ ਹੋ ਜਾਂਦੇ ਹਨ ਤਾਂ ਘਰ ਵਿੱਚ ਆਰਾਮ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਨ। ਉਸ ਤੋਂ ਜ਼ਿਆਦਾ ਉਮਰ ਵਿੱਚ ਵੀ ਹਾਰ ਨਹੀਂ ਮੰਨੀ ਅਤੇ ਆਪਣੀਆਂ ਕੋਸ਼ਿਸ਼ਾਂ ਨਾਲ ਦਿਖਾ ਦਿੱਤਾ ਕਿ ਅਸੰਭਵ ਕੁਝ ਵੀ ਨਹੀਂ। ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਕੇ ਤੁਸੀਂ ਸਾਡਾ ਮਨੋਬਲ ਵਧਾ ਸਕਦੇ ਹੋ। ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ। ਧੰਨਵਾਦ।